ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਆਪਾਂ ਗੱਲ ਕਰਦੇ ਹਾਂ ਆਇਲਸ ਲਿਸਨਿੰਗ ਦੇ ਬਾਰੇ। ਕਾਫੀ ਬੱਚਿਆਂ ਦੇ ਬੈਂਡ ਸਕੋਰ ਆਇਲਸ ਲਿਸਨਿੰਗ ਦੇ ਵਿੱਚ 6 5.5 ਜਾਂ ਈਵਨ 5 ਵੀ ਰਹਿ ਜਾਂਦੇ ਨੇ, ਜਾਂ ਫਿਰ ਕਈ ਵਾਰੀ ਰਿਕੁਆਇਰਮੈਂਟ ਕਾਫੀ ਜ਼ਿਆਦਾ ਆਈ ਹੁੰਦੀ ਹੈ, ਕਾइंड ऑफ 7 8 ਤੇ ਬੈਂਡ ਸਕੋਰ ਆ ਰਹੇ ਹੁੰਦੇ ਆ 6 6.5। ਤਾਂ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ, ਤੁਹਾਡੇ ਲਿਸਨਿੰਗ ਦੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ। ਸਭ ਕੁਝ ਕਵਰ ਕਰ ਦੇਣਾ ਇਸ ਦੇ ਵਿੱਚ, ਤੇ ਆਪਾਂ ਕਿਵੇਂ 1.5 to 2 ਬੈਂਡਸ ਤੱਕ ਆਪਾਂ ਇੱਕ ਡਰਾਮੈਟਿਕ ਇੰਪਰੂਵਮੈਂਟ ਜਿਹੜੀ ਕਹੀ ਜਾ ਸਕਦੀ ਹੈ ਲਿਸਨਿੰਗ ਦੇ ਵਿੱਚ ਲੈ ਕੇ ਆ ਸਕਦੇ ਹਾਂ। ਓਕੇ, ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਸਪੈਲਿੰਗ ਮਿਸਟੇਕਸ ਦੇ ਬਾਰੇ। ਆਈ ਨੋ ਕਾਫੀ ਬੱਚਿਆਂ ਨੂੰ ਸਪੈਲਿੰਗ ਆਉਂਦੇ ਵੀ ਹੁੰਦੇ ਨੇ, ਪਰ ਹੁੰਦਾ ਕੀ ਹੈ ਕਿ ਐਗਜ਼ਾਮ ਦੇ ਵਿੱਚ ਆਪਾਂ ਇੱਕ ਸਿੰਪਲ ਵਰਡ ਆਉਂਦਾ ਹੁੰਦਾ, ਉਹ ਵੀ ਆਪਾਂ ਦਿਮਾਗ ਦੇ ਵਿੱਚੋਂ ਨਿਕਲ ਜਾਂਦਾ ਹੈ, ਉਹ ਵੀ ਆਪਾਂ ਗਲਤ ਕਰੇ ਹੁੰਦੇ ਹਾਂ। ਤਾਂ ਇਸ ਦੇ ਬਾਰੇ ਆਪਾਂ ਡਿਸਕਸ ਕਰਨੀ ਹੈ ਕਿ ਆਪਾਂ ਆਪਣੀ ਸਪੈਲਿੰਗ ਮਿਸਟੇਕ ਕਿਵੇਂ ਦੂਰ ਕਰੀਏ। ਕਈ ਬੱਚਿਆਂ ਦੀ ਆਦਤ ਬਣੀ ਹੁੰਦੀ ਹੈ ਕਿ ਉਹ ਜਦੋਂ ਪ੍ਰੈਕਟਿਸ ਕਰਦੇ ਹੋ ਆਪਾਂ ਵਰਡ ਨੂੰ ਲਿਖਦੇ ਹਾਂ, ਤਾਂ ਉਹ ਜਦੋਂ ਆਨਸਰ ਟੀਚਰ ਬੋਲਦਾ ਹੈ ਜਾਂ ਆਪ ਸੈਲਫ ਪ੍ਰੈਕਟਿਸ ਕਰ ਰਹੇ ਨੇ, ਉਸਨੂੰ ਕੱਟ ਕੇ ਉਹ ਠੀਕ ਕਰ ਲੈਂਦੇ ਨੇ, ਚਲੋ ਕੋਈ ਨਹੀਂ, ਇਸ ਵਿੱਚ ਆਈ ਨਹੀਂ ਆਈ, ਈ ਨਹੀਂ ਆਈ, ਜਾਂ ਈ ਨਹੀਂ ਆਈ, ਓ ਆ ਗਈ। ਤੁਸੀਂ ਮੇਰੇ ਸ਼ਾਇਦ ਰਿਲੇਟ ਕਰ ਪਾ ਰਹੇ ਹੋਵੋਗੇ। ਇੱਦਾਂ ਨਹੀਂ ਕਰਨਾ। ਜੇ ਤੁਹਾਡਾ ਜਦੋਂ ਪ੍ਰੈਕਟਿਸ ਕਰ ਰਹੇ ਹੋ, ਜੋ ਤੁਹਾਡਾ ਇੱਕ ਆਨਸਰ ਈ ਜਾਂ ਏ ਦੇ ਕਰਕੇ ਗਲਤ ਹੋਇਆ, ਤਾਂ ਤੁਸੀਂ ਉਸਨੂੰ ਗਲਤ ਕੰਸੀਡਰ ਕਰਨਾ, ਉਸਨੂੰ ਠੀਕ ਕੰਸੀਡਰ ਨਹੀਂ ਕਰਨਾ ਹੈਗਾ। ਕਿਉਂਕਿ ਤੁਹਾਡੀ ਆਦਤ ਬਣ ਜਾਣੀ ਹੈ, ਫਿਰ ਤੁਸੀਂ ਉਸ 'ਤੇ ਪ੍ਰੈਕਟਿਸ ਕਰਨੀ ਛੱਡ ਦੇਣੀ ਹੈ, ਤੁਸੀਂ ਉਸ 'ਤੇ ਸਪੈਲਿੰਗਸ 'ਤੇ ਗੌਰ ਕਰਨੀ ਛੱਡ ਦੇਣੀ ਹੈ। ਅਤੇ ਜੇ ਇੱਕ ਵਰਡ ਵੀ, ਇੱਕ ਲੈਟਰ ਵੀ ਤੁਸੀਂ ਗਲਤ ਕਰ ਰਹੇ ਹੋ, ਤਾਂ ਉਹ ਗਲਤ ਹੀ ਕੰਸੀਡਰ ਕੀਤਾ ਜਾਊਗਾ ਐਗਜ਼ਾਮ ਦੇ ਵਿੱਚ, ਉਸਨੇ ਗਲਤ ਹੀ ਹੋਣਾ ਹੈਗਾ। ਤਾਂ ਤੁਸੀਂ ਕੀ ਕਰਨਾ ਹੈ, ਜਦੋਂ ਤੁਸੀਂ ਇੱਕ ਰੋਜ਼ ਕੋਈ ਪ੍ਰੈਕਟਿਸ ਟੈਸਟ ਕਰ ਰਹੇ ਹੋ, ਤਾਂ ਉਸ ਦੇ ਵਿੱਚ ਜੋ ਵੀ ਮਿਸਟੇਕ ਤੁਸੀਂ ਕਰ ਰਹੇ ਹੋ, ਤਾਂ ਉਸਨੂੰ ਘੱਟੋ ਘੱਟ 5 ਜਾਂ 6 ਵਾਰ ਇੱਕ ਵਾਰ ਲਿਖ ਕੇ ਦੇਖੋ, ਤਾਂ ਕਰਕੇ ਤੁਹਾਡਾ ਉਹ ਪੱਕਾ ਯਾਦ ਹੋ ਜਾਵੇ। ਉਸ ਤੋਂ ਬਿਨਾਂ ਇੱਕ ਲਿਸਨਿੰਗ ਟੈਸਟ ਦੇ ਵਿੱਚ ਜੋ ਗਲਤ ਹੋਏ ਨੇ, ਉਹਨਾਂ ਨੂੰ ਠੀਕ ਕਰਕੇ, ਕਰੈਕਸ਼ਨ ਕਰਕੇ, ਸਿੱਖ ਕੇ ਉਹਨਾਂ ਨੂੰ, ਉਸ ਤੋਂ ਬਿਨਾਂ ਤੁਸੀਂ ਇੱਕ ਏਮ ਬਣਾ ਲੈਣਾ ਕਿ ਤੁਸੀਂ ਰੋਜ਼ ਡੇਲੀ 10 ਜਾਂ 20 ਵਰਡਸ ਤੁਸੀਂ ਪ੍ਰੈਕਟਿਸ ਕਰਨੀ ਹੈ ਆਇਲਸ ਸਪੈਸੀਫਿਕ ਵੋਕੈਬਲਰੀ ਨੂੰ। ਇੱਦਾਂ ਨਹੀਂ ਮੈਂ ਕਹਿੰਦਾ ਕਿ ਤੁਸੀਂ ਨਿਊਜ਼ਪੇਪਰ ਦੇ ਵਿੱਚੋਂ ਕੋਈ ਵਰਡ ਪਿਕ ਕਰਿਆ, ਉਹ ਠੀਕ ਕਰ ਲਿਆ, ਜਾਂ ਫਿਰ ਕੋਈ ਤੁਹਾਡੇ ਕੋਲ ਨੋਟਬੁੱਕ ਪਈ ਆ, ਉਸ ਤੋਂ ਠੀਕ ਕਰ ਲਿਆ। ਨਹੀਂ, ਤੁਸੀਂ ਕੀ ਕਰਨਾ ਹੈ, ਮੈਂ ਇੱਕ ਲਿੰਕ ਸ਼ੇਅਰ ਕਰੂੰਗਾ ਨੀਚੇ, ਉਸ ਦੇ ਵਿੱਚ ਇੱਕ ਐਟਲੀਸਟ ਆਈ ਥਿੰਕ 1000 ਪਲੱਸ ਵਰਡਸ ਨੇ, ਉਹ ਸਿਰਫ ਸਪੈਸੀਫਿਕ ਨੇ ਜਿਹੜੇ ਲਿਸਨਿੰਗ ਦੇ ਵਿੱਚ ਆਉਂਦੇ ਨੇ। ਤੁਸੀਂ ਉਹਨਾਂ ਨੂੰ ਟੌਪਿਕ ਵਾਈਜ਼ ਸਾਰੇ ਉਸ ਦੇ ਡਾਊਟ ਕਲੀਅਰ ਕਰ ਲਿਓ, ਕਿਉਂਕਿ ਬਹੁਤ ਸਾਰੇ ਸਾਇਲੈਂਟ ਵਰਡ ਇੱਦਾਂ ਆਏ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਵਰਡ ਆਪਾਂ ਨੂੰ ਨਹੀਂ ਆਉਂਦੇ ਹੁੰਦੇ, ਉਹਨਾਂ ਨੂੰ ਆਪਣਾ ਲਿਖਣਾ ਨਹੀਂ ਆਉਂਦਾ ਹੁੰਦਾ, ਸਪੈਲਿੰਗ ਐਰਰ ਕਰ ਦਿੰਦੇ ਨੇ। ਤਾਂ ਤੁਸੀਂ ਟੌਪਿਕ ਵਾਈਜ਼ 2 ਜਾਂ 3 ਟੌਪਿਕ ਡੇਲੀ ਪ੍ਰੈਕਟਿਸ ਕਰ ਲਓ ਜੀ, ਉਹ ਇਨਫ ਹੈ। ਤੁਹਾਡੀ ਇਸ ਦੇ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਸਪੈਲਿੰਗ ਮਿਸਟੇਕਸ ਦੂਰ ਹੋ ਜਾਣਗੀਆਂ, ਉਹ ਨਹੀਂ ਹੋਣਗੀ। ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਇੱਕ ਆਪਾਂ ਜਦੋਂ ਆਨਸਰ ਗਲਤ ਕਰ ਦਿੰਦੇ ਹਾਂ, ਉਸ ਦੇ ਕਰਕੇ ਆਪਣਾ ਬੈਂਡ ਸਕੋਰ ਜਿਹੜਾ ਡਿਕਰੀਜ਼ ਹੋ ਜਾਂਦਾ, ਤੁਹਾਨੂੰ ਪਤਾ ਹੀ ਹੈ। ਜਿਵੇਂ ਕਿਸ ਦੀ ਰਿਕੁਆਇਰਮੈਂਟ 23 ਸਕੋਰ ਦੀ ਹੈ, ਅਤੇ ਜਦੋਂ ਆਪਾਂ 22 ਵੀ ਲੈ ਕੇ ਜਾਂਦੇ ਹਾਂ, ਤਾਂ ਇੱਕ ਸਪੈਲਿੰਗ ਮਿਸਟੇਕ ਦੇ ਕਰਕੇ ਆਪਾਂ 5.5 ਤੇ ਰਹਿ ਜਾਂਦੇ ਹਾਂ, ਅਤੇ ਉਹ ਹੋਣਗੇ ਤਾਂ 5.5 ਵੀ। ਈਵਨ ਤੁਸੀਂ ਚਲੋ ਇੱਕ ਕੁਐਸਚਨ ਗਲਤ ਹੋਇਆ, ਤਾਂ ਕਰਕੇ ਸਪੈਲਿੰਗ ਮਿਸਟੇਕਸ 'ਤੇ ਗੌਰ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਹੁੰਦੀ ਹੈ। ਇਸ ਦੇ ਲਈ ਜੋ ਮੈਂ ਲਿੰਕ ਸ਼ੇਅਰ ਕਰ ਰਿਹਾ, ਉਸ ਦੇ ਵਿੱਚੋਂ ਤੁਸੀਂ ਪ੍ਰੈਕਟਿਸ ਕਰੋ। ਪ੍ਰੈਕਟਿਸ ਕਰਨੀ ਕਿਵੇਂ ਆ, ਇਸ ਦਾ ਸੋਲੂਸ਼ਨ ਇਹ ਆ, ਜੋ ਤੁਸੀਂ ਦੇਖੋਗੇ ਉਹਦਾ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਸੀਂ ਕੀ ਬੋਲ ਰਹੇ ਹੋ, ਦੇਖ ਰਹੇ ਹੋ, ਤੁਸੀਂ ਡਾਇਰੈਕਟ ਲਿਖ ਦੋਗੇ। ਤੁਸੀਂ ਕੀ ਕਰਨਾ, ਤੁਸੀਂ ਆਪਣੇ ਟੀਚਰ ਨੂੰ ਜਾਂ ਆਪਣੇ ਫਰੈਂਡ ਨੂੰ, ਘਰ ਕਿਸੇ ਫੈਮਿਲੀ ਮੈਂਬਰ ਨੂੰ, ਉਸ ਨੂੰ ਲਿਸਟ ਨੂੰ ਫੋਨ ਫੜਾ ਦੇਣਾ, ਅਤੇ ਉਸਨੂੰ ਰੈਂਡਮ ਕਹਿ ਦੇਣਾ ਕਿ ਅੱਜ ਮੈਂ ਪਹਿਲੇ 10 ਟੌਪਿਕ ਕਰੇ ਆ ਵੋਕੈਬਲਰੀ ਦੇ ਆਇਲਸ ਲਿਸਨਿੰਗ ਦੀ ਸਪੈਲਿੰਗ ਮਿਸਟੇਕਸ ਦੇ ਲਈ, ਅਤੇ ਤੂੰ ਮੈਨੂੰ ਪੁੱਛ, ਮੈਂ ਤੁਹਾਨੂੰ ਲਿਖ ਕੇ ਦਿਖਾਊਂਗਾ। ਉਸ ਤੋਂ ਇਕੱਠੇ 10 15 20 ਵਰਡ ਇੱਕ ਵਾਰ ਸੁਣੇ, ਦੈਨ ਲਿਖੇ, ਅਤੇ ਜਿਹੜੇ ਗਲਤ ਹੋਏ ਉਹਨਾਂ ਨੂੰ ਦੁਬਾਰਾ ਲਿਖ ਕੇ ਦੇਖਿਆ, ਅਤੇ ਇਸ ਦੇ ਨਾਲ ਤੁਹਾਡੀ ਜਿਹੜੀ ਵੋਕੈਬ ਹੈ ਕਿ ਉਹ ਵਰਡ ਜਿਹੜੇ ਉਹ ਗਲਤ ਕਰਦੇ ਹੋ ਠੀਕ ਹੋ ਜਾਣਗੇ। ਇਸ ਦੇ ਵਿੱਚ ਟੋਟਲ ਸਪੈਸੀਫਿਕ ਵੋਕੈਬਲਰੀ ਕਰਨੀ ਹੈ, ਕੋਈ ਇੱਦਾਂ ਫਾਲਤੂ ਨਹੀਂ ਕਰਨੀ ਹੈ ਜਿਹੜੀ ਆਪਾਂ ਨੂੰ ਲਿਸਨਿੰਗ ਦੇ ਵਿੱਚ ਨਹੀਂ ਆਉਂਦੀ ਹੈਗੀ, ਕਿਉਂਕਿ ਮੋਸਟਲੀ ਐਜੂਕੇਸ਼ਨ ਦੀ ਵੋਕੈਬ ਹੁੰਦੀ ਹੈਗੀ, ਅਤੇ ਆਫਿਸ ਦੀ ਵੋਕੈਬ ਹੁੰਦੀ ਹੈ, ਉਹੀ ਵੋਕੈਬਲਰੀ ਲਿਸਟ ਟੋਟਲ ਹੈਗੀ, ਇਹ ਤੁਸੀਂ ਯਾਦ ਕਰ ਲਓ। ਅਗਲੀ ਪ੍ਰੋਬਲਮ ਦੇ ਬਾਰੇ ਗੱਲ ਕਰਦੇ ਹਾਂ, ਉਹ ਹੈ ਫੋਲੋ-ਅਪਸ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ, ਪਹਿਲੇ 10 ਕੁਐਸਚਨਸ ਅਤੇ ਲਾਸਟ 10 ਕੁਐਸਚਨਸ, ਉਹਨਾਂ ਵਿੱਚ ਸਿਰਫ ਫਿਲਅਪ ਦੀਆਂ ਆਉਂਦੀਆਂ ਨੇ। ਉਸ ਤੋਂ ਬਿਨਾਂ ਮੋਸਟਲੀ ਆਪਾਂ ਨੂੰ MCQ ਹੀ ਆਉਣਗੇ, ਅਤੇ ਇਹੀ ਜ਼ਿਆਦਾ ਟਫ ਲੱਗਦੇ ਆ। ਹੁਣ MCQ ਕਰਨ ਦੇ ਵਿੱਚ ਮੋਸਟਲੀ ਇਸ਼ੂਜ਼ ਕੀ ਆਉਂਦੇ ਨੇ ਕਿ ਸਰ ਇਹ ਤਿੰਨੋਂ ਗੱਲਾਂ ਕਰ ਰਹੇ ਨੇ, ਆਨਸਰ ਕਿਵੇਂ ਪਿਕ ਕਰੀਏ, ਜਾਂ ਫਿਰ ਸਾਨੂੰ ਸਮਝ ਨਹੀਂ ਆ ਰਹੀ ਕੀ ਕਰੀਏ। ਇਸ ਦੇ ਲਈ ਸਭ ਤੋਂ ਬੈਸਟ ਟਿਪ ਇਹ ਹੈ ਕਿ ਸਭ ਤੋਂ ਪਹਿਲਾਂ ਸਮਝੋ MCQ ਹੁੰਦੇ ਕੀ ਨੇ। MCQ ਦੇ ਵਿੱਚ ਮੋਸਟਲੀ ਓਪੀਨੀਅਨ ਦੀ ਗੱਲ ਚੱਲ ਰਹੀ ਹੁੰਦੀ ਹੈ ਕਿ ਇਹ ਐਵੇਂ, ਜਾਂ ਫਿਰ ਕਿਸੇ ਹਿਸਟੋਰੀਕਲ ਪੀਰੀਅਡ ਦੀ ਗੱਲ ਚੱਲ ਰਹੀ ਹੁੰਦੀ ਹੈ, ਕਦੋਂ ਬਣਿਆ ਸੀ, ਐਵੇਂ ਹੋਇਆ ਸੀ, ਬਟ ਉਹਨਾਂ ਵਿੱਚ ਕੰਟਰਾਡਿਕਸ਼ਨਸ ਆਈਆਂ ਹੁੰਦੀਆਂ ਨੇ। ਸੋ ਤੁਸੀਂ ਕੀ ਕਰਨਾ, ਉਹਨਾਂ ਕੰਟਰਾਡਿਕਸ਼ਨ ਨੂੰ ਸਮਝਣਾ। ਸਭ ਤੋਂ ਪਹਿਲਾਂ ਜੇ ਕੁਐਸਚਨ ਪੁੱਛਿਆ ਗਿਆ ਕਿ ਇਹ ਹੋਟਲ ਕਦੋਂ ਬਣਿਆ ਸੀ, ਨੀਚੇ 3 ਈਅਰ ਦਿੱਤੇ ਗਏ ਨੇ। ਕੁਐਸਚਨ ਸਪੈਸੀਫਿਕ ਕੁਐਸਚਨ ਪੁੱਛਿਆ ਗਿਆ ਕਿ ਇਹ ਕਦੋਂ ਬਣਿਆ ਸੀ, ਬਿਲਟ ਕਦੋਂ ਹੋਇਆ ਸੀ ਫਸਟ। ਜੇ 3 ਈਅਰ ਦਿੱਤੇ ਗਏ 1900 1800 1700, ਤਾਂ ਉਹ ਤਾਂ ਤਿੰਨੋਂ ਦੀ ਹੀ ਗੱਲ ਕਰੂਗਾ ਸਪੀਕਰ, ਪਰ ਉਹਦੇ ਵਿੱਚੋਂ ਇੱਕ ਗੱਲ ਇਹ ਕਰੂਗਾ
ਕਿ ਇਹ ਉਦੋਂ ਇਸ ਦਾ ਇਹ ਬਣਿਆ ਉਦੋਂ ਸੀ, ਲੇਕਿਨ ਇਸ ਦੀ ਇਨੈਗੂਰੇਸ਼ਨ ਉਦੋਂ ਹੋਈ ਸੀ, ਜਾਂ ਫਿਰ ਇਸ ਨੂੰ ਉਦੋਂ ਢਾਹ ਦਿੱਤਾ ਗਿਆ ਸੀ, ਡਿਮੋਲਿਸ਼ ਹੋਇਆ ਸੀ, ਦੁਬਾਰਾ ਬਣਿਆ ਸੀ। ਤਾਂ ਆਪਾਂ ਨੇ ਇਹ ਸਮਝਣਾ ਕਿ ਫਸਟ ਟਾਈਮ ਕੁਐਸਚਨ ਦੇ ਵਿੱਚ ਜੋ ਪੁੱਛਿਆ ਗਿਆ ਉਹ ਉਦੋਂ ਬਣਿਆ ਸੀ, ਤਾਂ ਉਹ ਟਿਕ ਲਗਾਉਣੀ ਹੈਗੀ ਐਲੀਮੀਨੇਸ਼ਨ ਮੈਥਡ ਯੂਜ਼ ਕਰਕੇ। ਇੱਦਾਂ ਹੀ ਓਪੀਨੀਅਨ ਦੀ ਗੱਲ ਚੱਲ ਰਹੀ ਹੁੰਦੀ ਹੈ, ਜਦੋਂ ਉਹ ਪੁੱਛ ਰਹੇ ਹੁੰਦੇ ਨੇ ਕਿ ਸੈਮ ਐਂਡ ਇੱਕ ਹੋਰ ਕੁੜੀ ਆ, ਉਹ ਡਿਸਕਸ ਕਰ ਰਹੇ ਨੇ ਕਿ ਇਸ ਨੂੰ ਫਲਾਣੀ ਚੀਜ਼ ਨੂੰ ਆਪਣੀ ਅਸਾਈਨਮੈਂਟ ਦੇ ਵਿੱਚ ਐਡ ਕਰੀਏ ਜਾਂ ਨਾ ਕਰੀਏ। ਮਤਲਬ ਇੱਕ ਦਾ ਨਾਮ ਲੈ ਲਿਆ ਕਿ ਇਸ ਫਲਾਣੀ ਚੀਜ਼ ਨੂੰ ਐਡ ਕਰਨਾ, ਪਰ ਉੱਥੇ ਕੁਐਸਚਨ 'ਤੇ ਪੁੱਛਿਆ ਗਿਆ ਕਿ ਦੋਵੇਂ ਕਿਸ ਚੀਜ਼ 'ਤੇ ਐਗਰੀ ਹੋਏ ਨੇ। ਜਿਹੜੀ ਚੀਜ਼ 'ਤੇ ਉਹ ਦੋਵੇਂ ਐਗਰੀ ਹੋਏ ਹੋਣਗੇ ਉਹੀ ਆਨਸਰ ਲਗਾਵਾਂਗੇ। ਇੱਕ ਵਾਰੀ ਇੱਕ ਬੰਦਾ ਜੋ ਬੋਲ ਰਿਹਾ ਬਟ ਉਹ ਕੰਟਰਾਡਿਕਟ ਕਰ ਦਿੰਦੀ ਹੈ ਕਿ ਨਹੀਂ, ਮੈਂ ਤੇਰੇ ਨਾਲ ਸਹਿਮਤ ਨਹੀਂ ਹੈਗੀ, ਇਹ ਚੀਜ਼ ਆਪਾਂ ਨਹੀਂ ਕਰਨੀ ਹੈਗੀ, ਆਪਾਂ ਇਹਦੇ ਬਾਰੇ ਕਿਵੇਂ ਕਰੀਏ। ਫਿਰ ਦੂਜੀ ਵਾਰ ਉਹ ਵੀ ਬੰਦਾ ਕਹਿ ਦਿੰਦਾ ਕਿ ਹਾਂ ਇਹ ਮੈਨੂੰ ਠੀਕ ਲੱਗਦਾ, ਇੰਨੇ ਕੁ ਨਾਲ ਇਸ ਦੇ ਨਾਲ ਵੀ ਆਨਸਰ ਚੇਂਜ ਹੋ ਜਾਂਦਾ ਹੁੰਦਾ। ਤਾਂ ਇੱਦਾਂ ਪ੍ਰੈਕਟਿਸ ਕਰਨੀ ਹੈ। ਤੇ ਫੋਲੋਅਪਸ ਕਰਨ ਲਈ ਸੈਕਿੰਡ ਟਿਪ ਇਹ ਹੈ, ਜਦੋਂ ਜੋ ਵੀ ਤੁਹਾਡੇ ਕਲਾਸ ਦੇ ਵਿੱਚ ਤੁਸੀਂ ਲਿਸਨਿੰਗ ਕਰ ਰਹੇ ਹੋ, ਤੁਹਾਡੇ ਫੋਲੋਅਪਸ ਜਿੰਨੇ ਵੀ ਗਲਤ ਹੋਏ ਆ, ਮੰਨ ਲਓ 5 ਕੀਤੇ ਆ, 10 ਆਇਆ, 10 ਦੇ ਵਿੱਚੋਂ 2 ਠੀਕ, 3 ਠੀਕ, 4 ਠੀਕ ਨੇ, 5 ਠੀਕ ਨੇ, ਉਹਨਾਂ ਨੂੰ ਤੁਸੀਂ ਉੱਥੇ ਹੀ ਨਾ ਛੱਡੋ। ਤੇ ਤੁਸੀਂ ਉਹਨਾਂ ਨੂੰ ਉੱਥੇ ਹੀ ਛੱਡ ਦਿੰਦੇ ਹੋ। ਨੈਕਸਟ ਡੇ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਨੈਕਸਟ ਡੇ ਵੀ ਤੁਸੀਂ ਉਹੀ ਮਿਸਟੇਕਸ ਕਰੋਗੇ ਤੁਸੀਂ ਫਸਟ ਡੇ ਕਰੀਆਂ, ਕਿਉਂਕਿ ਤੁਹਾਡੀ ਕੋਈ ਵੀ ਇੰਪਰੂਵਮੈਂਟ ਨਹੀਂ ਹੋਈ, ਤੁਹਾਨੂੰ ਸਟਿਲ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਇਹ ਗਲਤ ਕਿਉਂ ਹੋਏ ਨੇ। ਤਾਂ ਤੁਸੀਂ ਕੀ ਕਰਨਾ ਹੈਗਾ, ਇੱਕ ਲਿਸਨਿੰਗ ਜਦੋਂ ਕਲਾਸ ਦੇ ਵਿੱਚ ਕੀਤੀ, ਉਸ ਲਿਸਨਿੰਗ ਦੇ ਪਾਰਟ ਨੂੰ, MCQ ਦੇ ਪਾਰਟਸ ਨੂੰ ਉਹ ਤੁਸੀਂ ਸ਼ੁਰੂ ਕਰੋ, ਬਟ ਉਹਦੀ ਸਪੀਡ ਸਲੋ ਕਰ ਲਓ। ਉਸ ਆਡੀਓ ਨੂੰ ਤੁਸੀਂ YouTube ਤੇ ਫਾਈਂਡ ਕਰੋ। YouTube ਤੇ ਫਾਈਂਡ ਕਰਕੇ ਜੋ ਤੁਹਾਨੂੰ ਪਤਾ ਲੱਗਣਾ, ਉਸ ਪਾਰਟ ਤੇ ਪਹੁੰਚ ਕੇ ਉਸ ਨੂੰ ਸਪੀਡ ਸਲੋ ਕਰਕੇ ਦੁਬਾਰਾ ਸੁਣੋ ਕਿ ਇਹ ਮੇਰਾ ਆਨਸਰ ਕਿਉਂ ਗਲਤ ਹੋਇਆ। ਕਲਾਸ ਦੇ ਵਿੱਚ ਪ੍ਰੈਕਟਿਸ ਕਰਨ ਵੇਲੇ ਤੁਸੀਂ ਆਨਸਰਸ ਤੇ ਗੌਰ ਨਹੀਂ ਕਰਨੀ, ਜੋ ਠੀਕ ਨੇ ਸੋ ਠੀਕ ਨੇ, ਜੋ ਗਲਤ ਨੇ ਸੋ ਗਲਤ ਨੇ, ਬਟ ਉਹਨਾਂ ਨੂੰ ਦੁਬਾਰਾ ਘਰ ਆ ਕੇ ਥੋੜੇ ਟਾਈਮ ਬਾਅਦ ਦੁਬਾਰਾ ਪ੍ਰੈਕਟਿਸ ਕਰੋ ਕਿ ਜੋ ਉਹ ਬੋਲ ਰਿਹਾ ਸੀ ਤਾਂ ਮੈਨੂੰ ਉਹ ਕਿਉਂ ਲੱਗਿਆ ਕਿ ਆਨਸਰ ਉਹ ਹੈ, ਬਟ ਉਹ ਤੁਹਾਡਾ ਆਨਸਰ ਤਾਂ ਗਲਤ ਸੀ। ਜੋ ਆਨਸਰ ਸਹੀ ਆਇਆ ਉਹ ਕਿਉਂ ਆਇਆ। ਜਦੋਂ ਤੱਕ ਤੁਸੀਂ ਉਹ ਕਲੀਅਰ ਨਹੀਂ ਕਰ ਰਹੇ, ਇੱਕ ਵਾਰ ਸੁਣ ਕੇ, 2 ਵਾਰ ਸੁਣ ਕੇ, 3 ਵਾਰ ਸੁਣ ਕੇ ਨਹੀਂ ਸਮਝ ਆ ਰਿਹਾ, ਉਦੋਂ ਤੱਕ ਉਹਨੂੰ ਕਰਦੇ ਹੀ ਰਹਿਣਾ। ਜੋ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਪੈ ਗਈ ਕਿ ਆ ਮੇਰਾ ਆਨਸਰ ਹਾਂ ਠੀਕ ਹੈ, ਤਾਂ ਉਹ ਅਸਲੀ ਇੰਪਰੂਵਮੈਂਟ ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਤੇ ਹੁਣ ਵੀ ਦੱਸ ਰਿਹਾ, ਜਿਹੜੀ ਆਇਲਸ ਲਿਸਨਿੰਗ ਦੇ ਵਿੱਚ ਪ੍ਰੈਕਟਿਸ ਹੁੰਦੀ ਹੈ, ਪ੍ਰੈਕਟਿਸ ਨਾਲ ਜੇ ਤੁਸੀਂ ਬਾਅਦ ਦੇ ਵਿੱਚ ਉਸ 'ਤੇ ਡਿਸਕਸ ਨਹੀਂ ਕਰ ਰਹੇ, ਉਸ ਨੂੰ ਦੁਬਾਰਾ ਰਿਵਿਊ ਨਹੀਂ ਕਰ ਰਹੇ, ਉਦੋਂ ਤੱਕ ਤੁਹਾਡੀ ਇੰਪਰੂਵਮੈਂਟ ਨਹੀਂ ਆਊਗੀ। ਆਇਲਸ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈਗੀ ਉਸ ਟੈਸਟ ਨੂੰ ਕਰਨ ਤੋਂ ਬਾਅਦ ਦੇ ਵਿੱਚ। ਤਾਂ ਇਸ ਤਰ੍ਹਾਂ MCQ ਦੇ ਪਾਰਟ ਨੂੰ MCQ ਤੁਸੀਂ ਫੋਕਸ ਕਰੋ, ਕਿਉਂਕਿ ਮੋਸਟਲੀ 10+ MCQs ਆਉਣਗੇ ਹੀ ਆਉਣਗੇ। ਤੁਸੀਂ MCQ ਤੇ ਪਕੜ ਬਣਾਓਗੇ ਤਾਂ ਤੁਹਾਡਾ ਇੱਕ ਬੈਂਡ ਇੰਪਰੂਵ ਹੋਊਗਾ, 1 ਤੋਂ ਲੈ ਕੇ 1.5 ਤੱਕ। ਇਸ ਚੀਜ਼ ਤੁਸੀਂ ਸੋਚ ਕੇ ਦੇਖੋ ਕਿ MCQ ਦੀ ਵੈਲਿਊ ਕਿੰਨੀ ਹੈ, ਉਹੀ ਤੁਸੀਂ ਛੱਡ ਕੇ ਆ ਰਹੇ ਹੋ। MCQ ਤੇ ਪਕੜ ਹੋਣੀ ਚਾਹੀਦੀ ਹੈ, ਬੈਂਡ ਸਕੋਰ ਤੁਹਾਡਾ 7 ਜਾਂ 7+ ਜਾਊਗਾ ਹੀ ਜਾਊਗਾ। ਤੇ ਜੋ ਮੈਂ ਟ੍ਰਿਕਸ ਦੱਸੀਆਂ ਨੇ MCQ ਦੀਆਂ, ਇਹਨਾਂ ਤੇ ਫੋਕਸ ਕਰੋ, ਤੁਹਾਡਾ ਬੈਂਡ ਸਕੋਰ ਵਧੂਗਾ। ਤੇ ਆਪਾਂ ਨੈਕਸਟ ਗੱਲ ਕਰਦੇ ਹਾਂ ਟ੍ਰਾਂਸਕ੍ਰਿਪਟਸ ਦੇ ਬਾਰੇ। ਟ੍ਰਾਂਸਕ੍ਰਿਪਟਸ ਕੀ ਹੁੰਦੀਆਂ ਨੇ? ਹੁਣ ਕੈਂਬਰਿਜ ਦੀਆਂ ਜਿੰਨੀਆਂ ਵੀ ਬੁੱਕਸ ਨੇ 1 to 16, 17, ਜੋ ਇਹਨਾਂ ਦੀਆਂ ਆਡੀਓਜ਼ ਨੇ ਆਪਾਂ ਸੁਣਦੇ ਹਾਂ, ਇਹਨਾਂ ਨੂੰ ਐਜ਼ ਏ ਟ੍ਰਾਂਸਕ੍ਰਿਪਟ, ਐਜ਼ ਏ ਲਿਖ ਕੇ ਬੁੱਕ ਦੇ ਲਾਸਟ ਤੇ ਦਿੱਤਾ ਹੁੰਦਾ ਕਿ ਇਹਨਾਂ ਦੀ ਕੀ ਕਨਵਰਸੇਸ਼ਨ ਹੁੰਦੀ ਹੈ। ਉਸ ਨੂੰ ਪੜ੍ਹਨ ਦੀ ਆਪਣੀ ਵੈਲਿਊ ਇਹ ਹੈ, ਜੋ ਤੁਹਾਡਾ ਆਨਸਰ ਜੋ ਸਮਝ ਨਹੀਂ ਆ ਰਿਹਾ ਕਿ ਆਨਸਰ ਕਿਉਂ ਆਇਆ, ਜਾਂ ਤੁਹਾਨੂੰ ਉਹਨਾਂ ਦੀ ਪ੍ਰੋਨਾਂਸੀਏਸ਼ਨ ਸਮਝਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਕਈ ਬੱਚਿਆਂ ਨੂੰ ਹੁੰਦਾ ਹੈ ਕਿ ਮੈਨੂੰ ਨਹੀਂ ਸਮਝ ਆ ਰਹੀ ਉਹ ਵਰਡ ਨੂੰ ਕੀ ਪ੍ਰੋਨਾਊਂਸ ਕਰ ਰਹੇ ਨੇ, ਜਾਂ ਉਹ ਬੋਲ ਕੀ ਗਏ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ। ਤਾਂ ਉਹਨਾਂ ਬੱਚਿਆਂ ਲਈ ਖਾਸ ਕਰ ਇਹ ਟਿਪ ਹੈ, ਜੋ ਤੁਸੀਂ ਲਿਸਨਿੰਗ ਕਰ ਰਹੇ ਹੋ, ਕਰਨ ਤੋਂ ਬਾਅਦ ਦੇ ਵਿੱਚ ਅਟੈਂਪਟ ਉਸ ਨੂੰ ਦੁਬਾਰਾ ਸੁਣੋ। ਜੋ ਗਲਤ ਹੋਇਆ ਸ਼ੁਰੂ ਤੋਂ ਹੀ ਪਲੇ ਕਰ ਲਓ, ਦੁਬਾਰਾ ਵੀ ਨਹੀਂ, ਉਹ ਪਾਰਟ ਨਹੀਂ ਕਰਨਾ, ਸਾਰਾ ਹੀ ਸੁਣੋ। ਜਦੋਂ ਤੁਸੀਂ ਉਹ ਸਾਰਾ ਸੁਣੋਗੇ, ਤੁਹਾਡੇ ਸਾਹਮਣੇ ਤੁਸੀਂ ਉਹ ਆਪਣੀ ਜੋ ਕੋਲ PDF ਹੈਗੀ, PDF ਓਪਨ ਕਰ ਲਓ ਜੀ ਬੁੱਕ ਦੀ। ਸਪੋਜ਼ ਕਰੋ ਤੁਸੀਂ ਕੈਂਬਰਿਜ 17 ਦੀ ਪ੍ਰੈਕਟਿਸ ਕਰ ਰਹੇ ਹੋ, ਲਿਸਨਿੰਗ ਟੈਸਟ 1 ਦੀ। ਉਸ ਕੈਂਬਰਿਜ ਦੇ ਨੀਚੇ ਫਸਟ ਲਿਸਨਿੰਗ ਟੈਸਟ ਦੀ ਟ੍ਰਾਂਸਕ੍ਰਿਪਟ ਹੋਊਗੀ ਲਾਸਟ ਤੇ, ਡਿਟੋ ਡਾਇਲੌਗ ਦਿੱਤੇ ਹੋਣਗੇ ਕਿ ਉਹ ਕੀ ਗੱਲ ਕਰ ਰਹੇ ਨੇ। ਉਹਨਾਂ ਡਾਇਲੌਗ 'ਤੇ ਤੁਸੀਂ ਫੋਕਸ ਕਰੋ, ਉਹਨਾਂ ਨੂੰ ਸੁਣੋ, ਤੇ ਨਾਲ ਤੁਸੀਂ ਲਿਸਨਿੰਗ ਦੀ ਪ੍ਰੈਕਟਿਸ, ਤੁਸੀਂ ਕੁਐਸਚਨ ਨਹੀਂ ਸੋਲਵ ਕਰਨੇ ਹੈਗੇ, ਜਸਟ ਤੁਸੀਂ ਉਸਨੂੰ ਆਡੀਓ ਦੇ ਨਾਲ ਉਸਨੂੰ ਸੁਣਨਾ ਹੈ ਕਿ ਉਹ ਜੋ ਬੋਲ ਰਹੇ ਨੇ ਉਹ ਲਿਖਿਆ ਕੀ ਹੈ। ਤੇ ਨੀਚੇ ਉਹਨੇ ਆਨਸਰ ਤੇ ਵੀ ਅੰਡਰਲਾਈਨ ਕਰਕੇ ਹੋਊਗੀ ਕਿ ਇਹ ਆਨਸਰ ਹੈ। ਤੇ ਉਦੋਂ ਤੁਹਾਨੂੰ ਪ੍ਰੋਨਾਂਸੀਏਸ਼ਨ ਬਾਰੇ ਪਤਾ ਲੱਗਣਾ ਕਿ ਕਿਸ ਵਰਡ ਨੂੰ ਕਿਵੇਂ ਬੋਲ ਰਹੇ ਆ, ਕਿਸ ਵਰਡ ਤੇ ਜ਼ਿਆਦਾ ਫੋਕਸ ਕਰ ਰਹੇ ਨੇ, ਕਿਸ ਵਰਡ ਨੂੰ ਐਮਫੈਸਿਸ ਕਰਕੇ ਉਸਨੂੰ ਜ਼ੋਰ ਦੇ ਕੇ ਮੇਨ ਵਰਡ ਦੱਸਿਆ ਜਾ ਰਿਹਾ ਕਿ ਇਹ ਗੱਲ ਇੱਦਾਂ ਕੀ। ਤਾਂ ਉਸ ਨਾਲ ਤੁਹਾਡੀ ਪ੍ਰੋਨਾਂਸੀਏਸ਼ਨ ਸਮਝਣ ਦੀ, ਉਸ ਨੂੰ ਐਕਸੈਂਟਸ ਨੂੰ ਸਮਝਣ ਬਾਰੇ ਪਤਾ ਲੱਗੂਗਾ। ਨੈਕਸਟ ਗੱਲ ਕਰਦੇ ਹਾਂ ਆਪਾਂ, ਕਈ ਬੱਚਿਆਂ ਨੂੰ ਕੀ ਆਦਤ ਬਣੀ ਹੋਈ ਹੈ ਕਿ ਉਹ ਸੋਚਦੇ ਨੇ ਕਿ ਜਿੰਨੀ ਜ਼ਿਆਦਾ ਉਹ ਲਿਸਨਿੰਗ ਦੀ ਪ੍ਰੈਕਟਿਸ ਕਰਨਗੇ ਦਿਨ ਦੇ ਵਿੱਚ, ਉਹ ਉਨੀਆਂ ਜ਼ਿਆਦਾ ਲਿਸਨਿੰਗ ਕਰਨਗੇ, ਉਨੀ ਇੰਪਰੂਵਮੈਂਟ ਆਊਗੀ। ਬਟ ਇਹ ਗੱਲ ਨਹੀਂ ਸਹੀ ਹੈਗੀ। ਹਾਂ ਮੈਂ ਮੰਨਦਾ ਪ੍ਰੈਕਟਿਸ ਕਰਨੀ ਜ਼ਰੂਰੀ ਹੈ, ਪਰ ਇੱਕ ਮਿਹਨਤ ਕਰਨੀ ਹੁੰਦੀ ਹੈ, ਹਾਰਡ ਵਰਕ ਕਰਨਾ ਹੁੰਦਾ, ਇੱਕ ਸਮਾਰਟ ਵਰਕ ਕਰਨਾ ਹੁੰਦਾ। ਸਮਾਰਟ ਵਰਕ ਕਿਵੇਂ ਕਰਨਾ? ਤੁਸੀਂ ਇੱਕ ਲਿਸਨਿੰਗ ਇੱਕ ਦਿਨ ਦੇ ਵਿੱਚ ਬਹੁਤ ਹੈ,
ਤੁਸੀਂ ਜੇ ਇੰਸਟੀਟਿਊਟ ਦੇ ਵਿੱਚ ਕਰ ਰਹੇ ਹੋ, ਤੁਸੀਂ ਜੇ ਸੈਲਫ ਪ੍ਰੈਕਟਿਸ ਕਰ ਰਹੇ ਹੋ, ਇੱਕ ਲਿਸਨਿੰਗ ਕਰਕੇ ਦਿਨ ਦੇ ਵਿੱਚ ਉਸ ਨੂੰ ਕੀ ਕਰਨਾ ਤੁਸੀਂ ਜੋ ਆਨਸਰ ਗਲਤ ਹੋਇਆ, ਜਿਵੇਂ ਮੈਂ ਪਹਿਲਾਂ ਦੱਸਿਆ, ਪਹਿਲਾਂ ਉਹ ਸਾਰੇ ਸੁਣਨੇ ਆ ਅਗੇਨ, ਜਦੋਂ ਤੱਕ ਤੁਹਾਡੇ 40 ਤੋਂ 40 ਕੁਐਸਚਨ ਦੇ ਡਾਊਟ ਕਲੀਅਰ ਨਹੀਂ ਹੋ ਜਾਂਦੇ ਕਿ ਕਿਉਂ ਆਏ ਆ ਤੇ ਮੈਂ ਕਿਉਂ ਗਲਤ ਸੀ, ਉਦੋਂ ਤੱਕ ਤੁਸੀਂ ਨੈਕਸਟ ਲਿਸਨਿੰਗ ਨਹੀਂ ਕਰਨੀ। ਤਾਂ ਇਹ ਤੁਹਾਡੇ ਹੱਥ ਦੇ ਵਿੱਚ ਹੈ, ਤੁਸੀਂ ਕਿੱਦਾਂ ਪ੍ਰੈਕਟਿਸ ਕਰ ਰਹੇ ਹੋ, ਕਦੋਂ ਕਰ ਰਹੇ ਹੋ। ਤੇ ਫਿਰ ਕੀ ਕਰਨਾ, ਸੈਕਿੰਡ ਲਿਸਨਿੰਗ ਦਾ ਟੈਸਟ ਨਹੀਂ ਕਰਨਾ, ਉਸ ਦੀ ਜਗ੍ਹਾ ਤੇ ਉਸਦੇ ਅਲਟਰਨੇਟਿਵ ਤੁਸੀਂ ਕੁਝ ਹੋਰ ਵੇ ਨਾਲ ਲਿਸਨਿੰਗ ਦੀ ਪ੍ਰੈਕਟਿਸ ਕਰ ਸਕਦੇ ਹੋ। ਕਿਵੇਂ ਕਰ ਸਕਦੇ ਹੋ, ਤੁਸੀਂ ਪੋਡਕਾਸਟ ਸੁਣ ਸਕਦੇ ਹੋ, ਤੁਸੀਂ ਜਸਟ ਸਪੋਟੀਫਾਈ ਐਪ ਡਾਊਨਲੋਡ ਕਰ ਲਓ, ਕੋਈ ਵੀ ਤੁਹਾਡੇ ਕੋਲ ਐਪਲ ਦਾ ਫੋਨ ਹੈ, ਐਪਲ ਪੋਡਕਾਸਟ ਹੈਗੇ, ਉਹ ਡਾਊਨਲੋਡ ਕਰ ਲਓ। ਜ਼ਿਆਦਾ ਤੋਂ ਜ਼ਿਆਦਾ ਇੰਗਲਿਸ਼ ਨੂੰ ਸੁਣੋ, ਐਵੇਂ ਨਹੀਂ ਸੁਣਨਾ ਕਿ ਲਗਾ ਕੇ ਬੈਠ ਕੇ ਸਮਝਣ ਦੀ ਕੋਸ਼ਿਸ਼ ਕਰੋ ਕੀ ਬੋਲ ਰਹੇ ਆ, ਉਹ ਕਿਸ ਕਨਵਰਸੇਸ਼ਨ ਤੇ ਗੱਲ ਚੱਲ ਰਹੀ ਆ, ਕਿੱਦਾਂ ਗੱਲ ਕਰ ਰਹੇ ਆ। ਮੂਵੀਜ਼ ਦੇਖੋ, ਸੌਂਗ ਸੁਣੋ, ਡਿਫਰੈਂਟ ਵੇ ਨਾਲ ਪ੍ਰੈਕਟਿਸ ਕਰੋ, ਬਟ ਇੱਕ ਲਿਸਨਿੰਗ ਇਜ਼ ਇਨਫ। ਤੇ ਪ੍ਰੋਬਲਮ ਇਹ ਆਉਂਦੀ ਹੈ, ਜੋ ਤੁਸੀਂ ਲਿਸਨਿੰਗ ਕਰ ਰਹੇ ਹੋ, ਕਾਫੀ ਪ੍ਰੈਕਟਿਸਿਸ ਕਰੀ ਜਾ ਰਹੇ ਹੋ, ਤਾਂ ਇੰਨੀਆਂ ਕੈਮਬ੍ਰਿਜ ਦੀਆਂ ਲਿਸਨਿੰਗਸ ਨਹੀਂ ਹੈਗੀਆਂ, ਤੁਹਾਡੇ ਆਨਸਰ ਯਾਦ ਹੋਣ ਲੱਗ ਜਾਂਦੇ ਆ। ਜਦੋਂ ਆਨਸਰ ਯਾਦ ਹੋਣ ਲੱਗ ਜਾਂਦੇ ਆ, ਤੁਸੀਂ ਆਨਸਰ ਠੀਕ ਕਰਨ ਲੱਗ ਜਾਂਦੇ ਹੋ ਤੇ ਤੁਹਾਨੂੰ ਇੰਨੇ ਕਿ ਪ੍ਰਾਊਡ ਫੀਲ ਹੋਣ ਲੱਗ ਜਾਂਦਾ ਅੱਜ ਮੇਰੇ ਠੀਕ ਨੇ, ਬਟ ਉਸ ਨੂੰ ਇੰਪਰੂਵਮੈਂਟ ਤਾਂ ਨਹੀਂ ਨਾ ਕਹਿ ਸਕਦੇ। ਇੰਪਰੂਵਮੈਂਟ ਹੁੰਦੀ ਹੈਗੀ ਕਿ ਤੁਸੀਂ ਇੱਕ ਇੱਦਾਂ ਦੀ ਲਿਸਨਿੰਗ ਕਰੀ ਜਿਹੜੀ ਤੁਸੀਂ ਪਹਿਲਾਂ ਅਟੈਂਪਟ ਨਹੀਂ ਕੀਤੀ, ਉਸ ਦੇ ਵਿੱਚ ਤੁਹਾਡੇ ਆਨਸਰ ਵਧੀਆ ਠੀਕ ਰਹੇ ਆ। ਤਾਂ ਕੈਮਬ੍ਰਿਜ ਦੀ ਤੋਂ ਇਲਾਵਾ ਕੋਈ ਹੋਰ ਲਿਸਨਿੰਗ ਨਹੀਂ ਕਰਨੀ, ਇਹੀ ਇੱਕ ਅਫੀਸ਼ੀਅਲ ਆਪਣੇ ਕੋਲ ਸਿਲੇਬਸ ਹੈਗਾ ਤੇ ਇੱਕ ਇਹੀ ਅਫੀਸ਼ੀਅਲ ਕੈਮਬ੍ਰਿਜ ਤੋਂ ਆਪਾਂ ਕਰ ਸਕਦੇ ਹਾਂ, ਸਮਝ ਸਕਦੇ ਹਾਂ ਕਿ ਪੇਪਰ ਇੱਦਾਂ ਦਾ ਹੀ ਆਊਗਾ ਤੇ ਇਹੀ ਇੱਕ ਡਿਫਿਕਲਟੀ ਦੇ ਨਾਲ ਆਊਗਾ। ਤਾਂ ਤੁਸੀਂ ਇੱਕ ਲਿਸਨਿੰਗ ਕਰੋ ਦਿਨ ਦੇ ਵਿੱਚ ਤੇ ਉਸ ਤੇ ਗੌਰ ਕਰੋ ਗਲਤ ਕਿਉਂ ਹੋਇਆ, ਦੈਟਸ ਇਟ। ਤੇ ਸੈਕਿੰਡ ਗੱਲ ਕਰਦੇ ਹਾਂ ਆਪਾਂ, ਲਿਸਨਿੰਗ ਦੇ ਵਿੱਚ ਵੀ ਸਿਨੋਨੀਅਮ ਬਹੁਤ ਮੈਟਰ ਕਰਦੇ ਨੇ। ਸਿਨੋਨੀਅਮ ਕਿਵੇਂ ਮੈਟਰ ਕਰਦੇ ਨੇ, ਉਹਨਾਂ ਨੇ ਹਰੇਕ ਗੱਲ ਪੈਰਾਫਰੇਜ਼ ਕਰਕੇ ਕਰੀ ਹੁੰਦੀ ਹੈ। ਜੋ ਆਪਾਂ ਨੂੰ ਕੁਐਸਚਨ ਦਿੱਤੇ ਹੋਏ ਆ ਤੇ ਜੋ ਉਹ ਗੱਲ ਕਰ ਰਹੇ ਹੋ ਕੰਪਲੀਟਲੀ ਪੈਰਾਫਰੇਜ਼ ਕਰਕੇ ਕੀਤੀ ਹੁੰਦੀ ਆ ਤੇ ਉਹਨਾਂ ਨੇ ਸਿਨੋਨੀਅਮ ਐਡ ਕਰੇ ਹੁੰਦੇ ਨੇ। ਕਈ ਬੱਚਿਆਂ ਨੂੰ ਸਿਨੋਨੀਅਮ ਨਹੀਂ ਆਉਂਦੇ ਕਿ ਉਹ ਕਿਹੜੀ ਗੱਲ ਨੂੰ ਉੱਧਰ ਰਾਈਟਰ ਕੀ, ਉਹ ਸਪੀਕਰ ਕੀ ਕਹਿ ਰਹੇ ਆ, ਕਿ ਲਿਖਿਆ ਕੀ ਹੋਇਆ, ਇਹ ਗੱਲ ਮੇਨ ਸਮਝ ਨਹੀਂ ਆਉਂਦੀ। ਤਾਂ ਸਿਨੋਨੀਅਮ ਨੂੰ ਸਮਝਣ ਦੇ ਲਈ ਉਹੀ ਟਰਾਂਸਕ੍ਰਿਪਟ ਵਾਲੀ ਆਪਾਂ ਨੂੰ ਗੇਮ ਕੰਮ ਆਊਗੀ। ਜਦੋਂ ਤੁਸੀਂ ਪੜ੍ਹ ਰਹੇ ਹੋ, ਹੁਣ ਤੁਸੀਂ ਆਡੀਓ ਨਹੀਂ ਸੁਣਨੀ ਹੈਗੀ, ਆਡੀਓ ਵਾਲੀ ਪ੍ਰੈਕਟਿਸ ਆਪਾਂ ਐਕਸੈਂਟ ਸਿੱਖਣ ਦੇ ਲਈ, ਸਮਝਣ ਦੇ ਲਈ ਸਿੱਖਣੀ ਸੀ। ਹੁਣ ਤੁਸੀਂ ਕੀ ਕਰਨਾ ਹੈ, ਜੋ ਤੁਹਾਡੇ ਕੋਲ ਕੁਐਸਚਨ ਵਾਲੀ ਬੁੱਕਲੈਟ ਹੈ ਜਿਹਦੇ ਵਿੱਚ ਕੁਐਸਚਨ ਦਿੰਦੇ ਨੇ ਤੇ ਇੱਧਰ ਤੁਸੀਂ ਆਪਣੀ PDF ਓਪਨ ਕਰ ਲੈਂਗੇ ਜਿਹਦੇ ਵਿੱਚ ਉਹ ਟਰਾਂਸਕ੍ਰਿਪਟ ਲਿਖੀ ਹੋਈ ਹੈ। ਜਦੋਂ ਉਹ ਕੁਐਸਚਨ ਆ ਗਿਆ, ਮੰਨ ਕੇ ਚਲੋ ਥਰਡ ਕੁਐਸਚਨ ਹੈ ਤੇ ਇੱਧਰ ਥਰਡ ਕੁਐਸਚਨ ਲਿਖਿਆ ਹੋਇਆ, ਥਰਡ ਕੁਐਸਚਨ ਨੂੰ ਪਹਿਲਾਂ ਤਾਂ ਇੱਧਰ ਪੜ੍ਹੋ, ਧਿਆਨ ਨਾਲ ਸੁਣੋ ਗੱਲ, ਪਹਿਲਾਂ ਤਾਂ ਇੱਧਰ ਪੜ੍ਹਿਓ ਕੁਐਸਚਨ ਕੀ ਲਿਖਿਆ ਹੋਇਆ, ਦੈਨ ਟਰਾਂਸਕ੍ਰਿਪਟ ਪੜ੍ਹਿਓ ਕਿ ਕਿਹੜੇ ਵਰਡ ਨੂੰ ਕਿੱਦਾਂ ਰੀਫਰੇਜ਼ ਕਰਕੇ ਬੋਲਿਆ ਗਿਆ, ਉਹਨਾਂ ਨੂੰ ਰੀਡ ਕਰੋ ਦੋਵਾਂ ਚੀਜ਼ਾਂ ਨੂੰ। ਪਹਿਲਾਂ ਕੁਐਸਚਨ ਪੜ੍ਹੋ ਸਾਰੀ ਗੱਲ ਕਿ ਆਹ ਟੌਪਿਕ ਹੈ, ਦੈਨ ਉਹਦੀ ਟਰਾਂਸਕ੍ਰਿਪਟ ਰੀਡ ਕਰੋ ਕਿ ਟਰਾਂਸਕ੍ਰਿਪਟ ਦੇ ਵਿੱਚ ਜੋ ਵੀ ਲਿਖਿਆ ਗਿਆ ਉਸ ਨੂੰ ਕਿਵੇਂ ਰੀਫਰੇਜ਼ ਕਰ ਰਹੇ, ਜਿਵੇਂ ਆਪਾਂ ਰਾਈਟਿੰਗ ਟਾਸਕ ਨੂੰ ਰੀਫਰੇਜ਼ ਕਰਦੇ ਹੁੰਦੇ ਹਾਂ। ਫਿਰ ਤੇ ਸਿਨੋਨੀਮ ਦੇਖੋ ਕਿ ਕਿਹੜੇ ਵਰਡ ਨੂੰ ਕੀ ਯੂਜ਼ ਕੀਤਾ ਗਿਆ, ਕਿਹੜੇ ਵਰਡ ਨੂੰ ਕਿੱਦਾਂ ਵਰਤਿਆ ਗਿਆ। ਇਸ ਨਾਲ ਤੁਸੀਂ ਸਿਨੋਨੀਮ ਤੇ ਹੌਲੀ ਹੌਲੀ ਤੁਹਾਡੀ ਡੇ ਬਾਏ ਡੇ ਪਕੜ ਬਣਦੀ ਜਾਊਗੀ, ਤੁਹਾਡੀ ਲਿਸਨਿੰਗ ਦੇ ਵਿੱਚ ਇੰਪਰੂਵਮੈਂਟ ਆਊਗੀ। ਕਿਉਂਕਿ ਮੋਸਟ ਆਫ ਦਾ MCQs ਦੇ ਵਿੱਚ, ਫਿਲਅਪਸ ਦੇ ਵਿੱਚ ਰੀਫਰੇਜ਼ ਹੀ ਕੀਤਾ ਹੁੰਦਾ ਹੈ ਸਿਨੋਨੀਮ ਨੂੰ ਐਡ ਕਰਕੇ। ਤੇ ਨੈਕਸਟ ਟਿਪ ਦੀ ਆਪਾਂ ਗੱਲ ਕਰਦੇ ਹਾਂ। ਹੁਣ ਜਿਹੜੇ ਬੱਚੇ ਕਹਿੰਦੇ ਸਾਡੀ ਕੰਸਨਟ੍ਰੇਸ਼ਨ ਨਹੀਂ ਬਣਦੀ ਹੈਗੀ ਜਾਂ ਥੋੜਾ ਜਿਹਾ ਪਾਠ ਕਰਕੇ ਜਿਹਨਾਂ ਦਾ ਮਾਈਂਡ ਟਾਇਰਡ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਦਾ ਫੋਕਸ ਹੈ ਜਿਹੜਾ ਉਹ ਨਹੀਂ ਰਹਿੰਦਾ, ਤਾਂ ਉਹਨਾਂ ਲਈ ਸਲਾਹ ਮੇਰੀ ਇਹੀ ਹੈ ਕਿ ਤੁਸੀਂ ਪਾਰਟਸ ਵਾਈਜ਼ ਲਿਸਨਿੰਗ ਦੀ ਪ੍ਰੈਕਟਿਸ ਕਰਿਆ ਕਰੋ। ਜਿਵੇਂ ਪਾਰਟ 1 ਹੈ, ਪਾਰਟ 1 ਦੀ ਪ੍ਰੈਕਟਿਸ ਕਰੀ, ਉਹਨਾਂ ਨੂੰ ਸਮਝਿਆ ਕੁਐਸਚਨ ਨੂੰ ਕਿ ਮੇਰਾ ਜੋ ਗਲਤ ਹੋਇਆ, ਪਹਿਲਾਂ 10 ਕੁਐਸਚਨ ਅਟੈਂਪਟ ਕਰੇ, 10 ਦੇ ਵਿੱਚੋਂ ਜਾਂ 1 ਜਾਂ 2 3 ਕਿੰਨੇ ਵੀ ਗਲਤ ਹੁੰਦੇ ਆ ਉਸ ਨੂੰ ਦੁਬਾਰਾ ਸੁਣੋ। ਫਿਰ ਵੀ ਸਮਝ ਨਹੀਂ ਤਾਂ ਤੁਸੀਂ ਟਰਾਂਸਕ੍ਰਿਪਟ ਪੜ੍ਹੋ, ਟਰਾਂਸਕ੍ਰਿਪਟ ਪੜ੍ਹ ਕੇ ਪਹਿਲਾਂ ਤਾਂ ਉਸਨੂੰ ਆਡੀਓ ਨਾਲ ਕੰਪੇਅਰ ਕਰੋ, ਫਿਰ ਉਸ ਟਰਾਂਸਕ੍ਰਿਪਟ ਨੂੰ ਆਪਣੇ ਕੁਐਸਚਨ ਨਾਲ ਕੰਪੇਅਰ ਕਰੋ, ਦੈਨ ਥੋੜਾ ਜਿਹਾ ਬ੍ਰੇਕ ਲਓ, ਦੈਨ ਨੈਕਸਟ ਪਾਰਟ ਦਿਓ। ਇੱਦਾਂ ਪਾਰਟ ਵਾਈਜ਼ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਪਾਰਟ ਵਾਈਜ਼ ਹੋਰ ਤਾਂ ਹੋਰ ਤਰੀਕੇ ਨਾਲ ਵੀ ਪ੍ਰੈਕਟਿਸ ਕਰ ਸਕਦੇ ਹੋ। ਜੇ ਤੁਹਾਡੇ MCQ ਗਲਤ ਹੁੰਦੇ ਜਸਟ ਤੁਸੀਂ MCQ ਵਾਲੇ ਪਾਰਟ ਤੇ ਫੋਕਸ ਕਰੋ, ਦੈਨ ਕੋਈ ਹੋਰ ਲਿਸਨਿੰਗ ਹੈ ਤਾਂ ਉਸਦੇ MCQ ਵਾਲੇ ਪਾਰਟ ਦੀ ਪ੍ਰੈਕਟਿਸ ਕਰੋ। ਤੁਸੀਂ ਇੱਦਾਂ ਡਿਵਾਈਡ ਕਰਕੇ ਪ੍ਰੈਕਟਿਸ ਕਰੋ, ਵੀਕਨੈਸਿਸ 'ਤੇ ਵਰਕ ਕਰੋ। ਤੁਸੀਂ ਆਲਰੇਡੀ ਜਿਸ ਚੀਜ਼ 'ਤੇ ਬੈਸਟ ਹੈਗੇ ਹੋ ਉਸ 'ਤੇ ਪ੍ਰੈਕਟਿਸ ਕਿਉਂ ਕਰ ਰਹੇ ਹੋ? ਤੁਸੀਂ ਜਦੋਂ ਆਲਰੇਡੀ ਫਿਲਅਪਸ ਬੈਟਰ ਕਰ ਲੈਂਦੇ ਹੋ ਦੈਨ ਯੂ ਨੀਡ ਟੂ ਫੋਕਸ ਔਨ ਦ MCQ ਪਾਰਟ। ਦੈਨ ਨੈਕਸਟ, ਕਾਮ ਯੂਅਰ ਮਾਈਂਡ ਬਿਫੋਰ ਦਾ ਟੈਸਟ। ਤੁਸੀਂ ਆਪਣੇ ਮਾਈਂਡ ਨੂੰ ਸ਼ਾਂਤ ਕਿਵੇਂ ਰੱਖ ਸਕਦੇ ਹੋ? ਕਿਉਂਕਿ ਲਿਸਨਿੰਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜੋ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਜਿੰਨਾ ਤੁਹਾਡਾ ਮਾਈਂਡ ਕਈ ਵਾਰੀ ਸ਼ਾਂਤ ਹੁੰਦਾ ਹੈ, ਕੰਸਨਟ੍ਰੇਸ਼ਨ ਬਣੀ ਹੁੰਦੀ, ਤੁਸੀਂ ਜ਼ਿਆਦਾ ਠੀਕ ਕਰ ਦਿੰਦੇ ਹੋ। ਕਈ ਵਾਰ ਕੀ ਹੁੰਦਾ ਆਪਣੇ ਕੁਝ ਹੋਰ ਇਸ਼ੂਜ਼ ਚੱਲ ਰਹੇ ਹੁੰਦੇ ਨੇ ਤਾਂ ਆਪਾਂ ਫੋਕਸ ਨਹੀਂ ਕਰ ਪਾ ਰਹੇ ਹੁੰਦੇ। ਪਰ ਲਿਸਨਿੰਗ ਦੇ ਟੈਸਟ ਦੇ ਵਿੱਚ ਆਪਾਂ ਨੂੰ ਫੋਕਸ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਇਹਦੀ ਵੈਲਿਊ ਹੀ ਜ਼ਿਆਦਾ, ਫੋਕਸ ਦੀ ਹੀ ਵੈਲਿਊ ਹੈ ਲਿਸਨਿੰਗ ਦੀ ਪ੍ਰੈਕਟਿਸ ਕਰਨ ਦੇ ਵੇਲੇ। ਤਾਂ ਤੁਸੀਂ ਕੀ ਕਰਨਾ ਹੈਗਾ, ਜਸਟ ਤੁਸੀਂ ਜਦੋਂ ਅਟੈਂਪਟ ਕਰ ਰਹੇ ਹੋ ਲਿਸਨਿੰਗ, ਪਹਿਲਾਂ ਆਪਣੇ ਮਾਈਂਡ ਨੂੰ ਤੁਸੀਂ ਬਿਲਕੁਲ ਕਲੀਅਰ ਕਰਨਾ। ਕਿੱਦਾਂ ਕਰ ਸਕਦੇ ਹੋ? ਥੋੜ੍ਹੇ ਜਿਹੇ 5-4 ਲੰਬੇ ਸਾਹ ਲੈ ਸਕਦੇ ਹੋ, ਪਾਣੀ ਪੀ ਸਕਦੇ ਹੋ, ਮੋਬਾਈਲ ਨੂੰ ਸਾਈਡ 'ਤੇ ਰੱਖ ਸਕਦੇ ਹੋ,
ਫੋਕਸ ਬਣਾਓ ਪਹਿਲਾਂ ਤਾਂ ਤੁਸੀਂ। ਫੋਕਸ ਬਣੂਗਾ ਫਿਰ ਤੁਸੀਂ ਕੰਸਨਟ੍ਰੇਸ਼ਨ ਹੋਊਗੀ। ਜੇ ਤੁਸੀਂ ਹੁਣ ਪਹਿਲਾਂ ਹੀ ਮਾਈਂਡ ਦੇ ਵਿੱਚ ਕੁਝ ਇਸ਼ੂਜ਼ ਚੱਲ ਰਹੇ ਨੇ, ਕੁਝ ਕਿਸੇ ਟੌਪਿਕ ਤੇ ਸੋਚ ਰਹੇ ਹੋ, ਤਾਂ ਤੁਸੀਂ ਇੱਦਾਂ ਨਹੀਂ ਬੈਂਡ ਸਕੋਰ ਲੈ ਆ ਸਕਦੇ। ਪੇਪਰ ਦੇ ਵਿੱਚ ਵੀ ਕੀ ਹੁੰਦਾ, ਕੁਝ ਬੱਚੇ ਹੈਜ਼ੀਟੇਟ ਹੋ ਰਹੇ ਹੁੰਦੇ ਨੇ, ਨਰਵਸਨੈਸ ਸਾਰੀ ਹੁੰਦੀ ਹੈ, ਤਾਂ ਉਹ ਫੋਕਸ ਨਹੀਂ ਕਰ ਪਾਉਂਦੇ ਹੈਗੇ, ਤਾਂ ਕਰਕੇ ਬੈਂਡ ਸਕੋਰ ਨਹੀਂ ਆਉਂਦੇ। ਤਾਂ ਆਪਣੇ ਫੋਕਸ ਨੂੰ ਇੰਪਰੂਵ ਕਰੋ। ਫੋਕਸ ਨੂੰ ਇੰਪਰੂਵ ਕਰਨ ਦੇ ਕਈ ਤਰੀਕੇ ਨੇ। ਤੁਸੀਂ ਥੋੜੀ ਜਿਹੀ ਬਰੀਥਿੰਗ ਐਕਸਰਸਾਈਜ਼ ਕਰ ਸਕਦੇ ਹੋ, ਲੰਬੇ ਲੰਬੇ ਸਾਹ ਲੈ ਸਕਦੇ ਹੋ ਪ੍ਰੈਕਟਿਸ ਕਰਨ ਦੇ ਵੇਲੇ, ਜਾਂ ਫਿਰ ਤੁਸੀਂ ਜਦੋਂ ਕੁਝ ਪੜ੍ਹ ਰਹੇ ਹੋ ਤਾਂ ਉਸ 'ਤੇ ਫੋਕਸ ਰੱਖੋ, ਬੋਲਣਾ ਬਿਲਕੁਲ ਵੀ ਨਹੀਂ। ਤੁਸੀਂ ਬਿਲਕੁਲ ਸ਼ਾਂਤ ਬੈਠਣਾ ਗਾ। ਕਈ ਵਾਰੀ ਮੈਂ ਦੇਖਿਆ ਬੱਚੇ ਕਲਾਸ ਦੇ ਵਿੱਚ ਮੇਰੇ ਕੋਲ ਕੀ ਕਰਦੇ ਆ, ਪ੍ਰੈਕਟਿਸ ਕਰ ਰਹੇ ਹੁੰਦੇ ਨੇ, ਜਾਂ ਤਾਂ ਇੱਧਰੋਂ ਆਨਸਰ ਦੇਖ ਰਹੇ ਹੁੰਦੇ ਨੇ, ਜਾਂ ਕੁਝ ਬੋਲ ਰਹੇ ਹੁੰਦੇ ਨੇ। ਉਹ ਬਿਲਕੁਲ ਗਲਤ ਹੈ। ਇਸ ਦਾ ਕੀ ਫਾਇਦਾ? ਤੁਸੀਂ ਕਲਾਸ ਦੇ ਵਿੱਚ ਟੀਚਰ ਨੂੰ ਠੀਕ ਕਰਕੇ ਆਨਸਰ ਦਿਖਾ ਰਹੇ ਹੋ, ਉਸ ਦਾ ਫਾਇਦਾ ਕੀ ਜਦੋਂ ਮੇਨ ਐਗਜ਼ਾਮ ਦੇ ਵਿੱਚ ਪੇਪਰ ਹੀ ਨਹੀਂ ਆ, ਬੈਂਡ ਸਕੋਰ ਹੀ ਨਹੀਂ ਆਏ। ਤਾਂ ਤੁਸੀਂ ਫੋਕਸ ਕਰਨਾ ਸਿੱਖੋ। ਜੋ ਤੁਸੀਂ ਲਿਸਨਿੰਗ ਕਰ ਰਹੇ ਹੋ, ਤੁਸੀਂ ਉਸ ਦੇ ਵਿੱਚ ਹੀ ਰਹੋ, ਫਾਲਤੂ ਨਹੀਂ, ਇੱਧਰ ਉੱਧਰ ਨਹੀਂ ਸੋਚਣਾ। ਨੈਕਸਟ, ਤਾਂ ਆਪਣੀ ਗ੍ਰੈਸਪਿੰਗ ਸਪੀਡ ਨੂੰ ਇੰਪਰੂਵ ਕਰੋ ਰੀਡਿੰਗ ਨੂੰ। ਕੀ ਹੁੰਦਾ, ਕਈ ਵਾਰ ਮੇਰੇ ਸਟੂਡੈਂਟਸ ਕੀ ਨੇ, ਕਈ ਇੱਦਾਂ ਦੇ ਹੁੰਦੇ ਨੇ ਜਿਹਨੂੰ ਸਭ ਕੁਝ ਸਮਝ ਆਉਂਦਾ ਹੁੰਦਾ, ਬਟ ਜਦੋਂ ਉਹਨਾਂ ਨੂੰ ਟਾਈਮ ਦਿੱਤਾ ਹੁੰਦਾ ਕਿ ਤੁਸੀਂ ਇੰਨੇ ਟਾਈਮ ਤੋਂ ਇੰਨੇ ਵਿੱਚ ਆਹ ਕੁਐਸਚਨ ਪੜ੍ਹੋ, ਉਹ ਪੜ੍ਹਦੇ ਬਹੁਤ ਸਲੋ ਨੇ, ਉਹ ਗੱਲ ਨੂੰ ਬਹੁਤ ਘੱਟ ਕੈਚ ਕਰਦੇ ਨੇ। ਹੁਣ ਜਦੋਂ ਆਪਣਾ ਕੁਐਸਚਨ ਹੀ ਨਹੀਂ ਸਮਝ ਪਾ ਰਹੇ, ਧਿਆਨ ਨਾਲ ਸਮਝੋ ਮੇਰੀ ਗੱਲ, ਜਦੋਂ ਆਪਾਂ ਕੁਐਸਚਨ ਨੂੰ ਨਹੀਂ ਸਮਝ ਪਾ ਰਹੇ, ਆਪਾਂ ਲਿਸਨਿੰਗ ਸੁਣ ਕੇ ਕੀ ਕਰਾਂਗੇ? ਉਹ ਸੁਣਨ ਦਾ ਕੀ ਫਾਇਦਾ ਜਦੋਂ ਆਪਾਂ ਨੂੰ ਕੁਐਸਚਨ ਹੀ ਨਹੀਂ ਸਮਝ ਆਇਆ? ਕਈ ਵਾਰੀ ਲੈਂਥੀ MCQ ਹੁੰਦੇ ਨੇ, ਕੋਈ ਬੱਚਾ ਸਟੂਡੈਂਟ ਹੁੰਦਾ ਉਹ ਪੜ੍ਹਦਾ ਹੀ ਨਹੀਂ, ਉਹਨਾਂ ਨੂੰ ਡਾਇਰੈਕਟਲੀ ਕਰਨ ਲੱਗ ਜਾਂਦਾ। ਇਹ ਗੱਲ ਬਹੁਤ ਗਲਤ ਹੈ। ਆਪਾਂ ਨੂੰ ਰੀਅਲ ਐਗਜ਼ਾਮ ਦੇ ਵਿੱਚ ਟਾਈਮ ਕਿਉਂ ਮਿਲਦਾ ਹੈ ਹਰੇਕ ਪਾਰਟ ਦੇ ਬਾਅਦ? ਉਹ ਤਾਂ ਹੀ ਮਿਲਦਾ ਕਿ ਤੁਸੀਂ ਉਹਨੂੰ ਪੜ੍ਹ ਲਓ ਪਹਿਲਾਂ। ਤਾਂ ਗ੍ਰੈਸਪਿੰਗ ਸਪੀਡ ਨੂੰ ਵਧਾਓ ਆਪਣੀ ਨੂੰ। ਤੁਸੀਂ ਦੇਖੋ ਕਿ ਜਿੰਨੀ ਤੁਹਾਡੀ ਰੀਡਿੰਗ ਦੀ ਸਪੀਡ ਜ਼ਿਆਦਾ ਹੋਊਗੀ, ਇਕੱਲਾ ਰੀਡ ਕਰਨਾ ਨਹੀਂ, ਉਸਨੂੰ ਸਮਝ ਕੇ ਰੀਡ ਕਰਨਾ, ਤਾਂ ਉਨੇ ਹੀ ਤੁਸੀਂ ਜਲਦੀ ਉਸ ਕੁਐਸਚਨ ਨੂੰ ਸਮਝ ਪਾਓਗੇ। ਹੁਣ ਜਿਵੇਂ ਕੁਐਸਚਨ ਦੇ ਵਿੱਚ ਲਿਖਿਆ ਪਿਆ ਹੋਊਗਾ ਕਿ ਫਲਾਣਾ ਪੰਛੀ ਪਾਣੀ ਪੀ ਰਿਹਾ ਹੈ, ਕੁਐਸਚਨ ਦੇ ਵਿੱਚ ਕਹਿ ਰਹੇ ਨੇ, ਉਹ ਗੱਲ ਚੱਲ ਰਹੀ ਹੈ ਕਨਵਰਸੇਸ਼ਨ ਦੇ ਵਿੱਚ, ਤੁਹਾਨੂੰ ਉਹੀ ਨਹੀਂ ਸਮਝ ਆਇਆ ਕਿ ਕੀ ਹੋ ਕੀ ਰਿਹਾ, ਤੁਸੀਂ ਉਧਰ ਕਿਵੇਂ ਸਮਝ ਲਓਗੇ ਕਿ ਕੀ ਟਿਕ ਲਾਉਣਾ ਹੈਗਾ? ਤਾਂ ਤੁਸੀਂ ਗ੍ਰੈਸਪਿੰਗ ਸਪੀਡ ਨੂੰ ਵਧਾਉਣ ਦੇ ਲਈ ਫਟਾਫਟ ਪੜ੍ਹਨਾ ਪ੍ਰੈਕਟਿਸ ਕਰਨੀ ਸ਼ੁਰੂ ਕਰੋ। ਜੋ ਵਿੱਚ ਦੀ ਟਾਈਮ ਮਿਲਦਾ ਹੈਗਾ, ਉਸ ਟਾਈਮ ਦੇ ਵਿੱਚ ਤੁਸੀਂ ਪੜ੍ਹਨਾ ਫਾਸਟ ਸਾਰੇ ਰੀਡ ਕਰੋ। ਮੇਨ ਵਰਡਸ ਨੂੰ ਸਰਕਲ ਕਰ ਲਓ, ਸਰਕਲ ਕਰਕੇ ਦੇਖੋ ਕਿ ਕੀ ਪੁੱਛਿਆ ਗਿਆ, ਦੈਨ ਸੋਲਵ ਕਰੋ। ਇਹ ਇੱਕ ਬਹੁਤ ਵੱਡੀ ਚੀਜ਼ ਹੈ। ਤੁਸੀਂ ਇਸ ਚੀਜ਼ ਬਾਰੇ ਸੋਚ ਕੇ ਦੇਖੋ ਕਿ ਤੁਸੀਂ ਵੀ ਪੜ੍ਹਦੇ ਹੋ, ਜੇ ਪੜ੍ਹਦੇ ਹੋ ਤੁਹਾਡੇ ਦਿਮਾਗ 'ਚ ਕਿੰਨੀ ਕੁ ਗੱਲ ਰਹਿੰਦੀ ਆ ਉਹ ਜੋ ਪੜ੍ਹਿਆ ਹੈਗਾ। ਇਸ ਨੂੰ ਜੇ ਨਹੀਂ ਰਹਿੰਦੀ, ਇੰਪਰੂਵ ਕਰਨਾ ਕਿਵੇਂ ਆ? ਤੁਸੀਂ ਪਹਿਲਾਂ ਜੋ ਟਾਈਮ ਮਿਲਦਾ ਹੈਗਾ ਉਸ ਨੂੰ ਪੜ੍ਹ ਲਓ। ਤੁਹਾਨੂੰ ਫਿਰ ਵੀ ਨਹੀਂ ਸਮਝ ਆਇਆ ਤਾਂ ਉੱਥੇ ਆਪਣੇ YouTube 'ਤੇ ਜੋ ਵੀਡੀਓ ਚੱਲ ਰਹੀ ਹੈ ਨਾ, ਉਸਨੂੰ ਪਾਊਜ਼ ਕਰ ਦਿਓ। ਜੋ ਪਾਰਟ ਧਿਆਨ ਨਾਲ ਸਮਝੋ। ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਉਹ ਕੀ ਕਰਿਓ, ਜਦੋਂ ਪਾਰਟ ਸ਼ੁਰੂ ਹੁੰਦਾ ਆਪਾਂ ਨੂੰ ਟਾਈਮ ਦਿੰਦੇ ਆ ਕਿ ਸਾਡੇ ਕੋਲ ਇੰਨੇ ਸੈਕਿੰਡ ਨੇ, ਤੁਸੀਂ ਉਸਨੂੰ ਪਾਊਜ਼ ਕਰ ਦਿਓ। ਪਾਊਜ਼ ਕਰਕੇ ਤੁਸੀਂ ਸਾਰੇ ਸਮਝੋ, ਫਿਰ ਥੋੜ੍ਹਾ ਜਿਹਾ 10 ਮਿੰਟ ਲੱਗ ਜਾਣ, ਫਿਰ ਬਾਅਦ ਦੇ ਵਿੱਚ ਸ਼ੁਰੂ ਕਰੋ ਲਿਸਨਿੰਗ ਨੂੰ। ਤੁਸੀਂ ਫਿਰ ਦੇਖੋ ਕਿੰਨਾ ਠੀਕ ਕਰਦੇ ਹੋ। ਜੇ ਤੁਹਾਡੇ ਫਿਰ ਜ਼ਿਆਦਾ ਠੀਕ ਜਾ ਰਹੇ, ਤੁਸੀਂ ਗ੍ਰੈਸਪ ਨਹੀਂ ਕਰ ਪਾ ਰਹੇ ਕੁਐਸਚਨ ਨੂੰ, ਤਾਂ ਇਹ ਚੀਜ਼ ਦਾ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਸੀਂ ਕਿੱਥੇ ਮਾਰ ਖਾ ਰਹੇ ਹੋ। ਹੁਣ ਜੋ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ, ਸਾਰੀਆਂ 8 ਚੀਜ਼ਾਂ ਦੱਸੀਆਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਪੈਲਿੰਗ ਮਿਸਟੇਕ 'ਤੇ ਗੌਰ ਕਰੋ, ਦੈਨ ਫੋਲੋ ਅਪ ਦੀ ਗੱਲ ਆ ਗਈ, ਦੈਨ ਟਰਾਂਸਕ੍ਰਿਪਟ ਨੂੰ ਪੜ੍ਹਨ ਲਈ ਕਿਹਾ ਮੈਂ, ਦੈਨ ਇੱਕ ਲਿਸਨਿੰਗ ਬਾਰੇ ਕਿਹਾ, ਦਿਨ ਦੇ ਵਿੱਚ ਇੱਕ ਬਹੁਤ ਹੈ, ਦੈਨ ਸਿਨੋਨੀਅਮ ਪੜ੍ਹਨ ਲਈ ਕਿਹਾ, ਟਰਾਂਸਕ੍ਰਿਪਟ ਪੜ੍ਹਨ ਲਈ ਕਿਹਾ, ਆਡੀਓ ਨਾਲ ਟਰਾਂਸਕ੍ਰਿਪਟ ਡਿਫਰੈਂਟ ਪੜ੍ਹਨੀ ਹੈ, ਕੁਐਸਚਨ ਨਾਲ ਟਰਾਂਸਕ੍ਰਿਪਟ ਅੱਡ ਪੜ੍ਹਨੀ ਹੈਗੀ, ਤੇ ਆਪਣੀ ਗ੍ਰੈਸਪਿੰਗ ਸਪੀਡ ਤੁਸੀਂ ਚੈੱਕ ਕਰਨੀ ਹੈ ਤੇ ਫੋਕਸ ਰੱਖਣਾ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਇੱਕਦਮ ਨਹੀਂ ਹੁੰਦੀਆਂ, ਇਹਨਾਂ ਵਿੱਚ ਤੁਸੀਂ ਕੁਝ ਨੋਟਬੁੱਕ ਰੱਖੋ ਆਪਣੇ ਕੋਲ। ਜੋ ਚੀਜ਼ਾਂ ਮੈਂ ਦੱਸੀਆਂ 1 ਬਾਏ 1 ਉਹ 'ਤੇ ਫੋਕਸ ਕਰੋ ਕਿ ਪਹਿਲਾਂ ਤੁਸੀਂ ਆਪਣੀ ਵੀਕਨੈਸ 'ਤੇ ਗੌਰ ਕਰੋ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ। ਜੋ ਪ੍ਰੋਬਲਮ ਪੱਕਾ ਤੁਹਾਨੂੰ ਇਹਨਾਂ ਚੋਂ 1 2 3 ਪ੍ਰੋਬਲਮਸ ਆ ਰਹੀਆਂ ਹੋਣੀਆਂ, ਤਾਂ ਉਹਨਾਂ 'ਤੇ ਫੋਕਸ ਕਰਨਾ ਸ਼ੁਰੂ ਕਰੋ। ਤਾਂ ਤੁਹਾਡੀ ਲਿਸਨਿੰਗ ਦੇ ਵਿੱਚ ਤੁਸੀਂ ਇੰਪਰੂਵਮੈਂਟ ਜ਼ਰੂਰ ਦੇਖੋਗੇ। ਹਾਂ, ਪਰ ਉਹ ਤਾਂ ਹੋਊਗੀ ਜੇ ਤੁਸੀਂ ਡੈਡੀਕੇਟ ਹੋ। ਜੇ ਤੁਸੀਂ ਕਹਿ ਰਹੇ ਹੋ ਕਿ ਇੱਕ ਲਿਸਨਿੰਗ ਕਰਕੇ ਮੈਂ ਰੋਜ਼ 10-15 ਲਿਸਨਿੰਗ ਕਰਦਾ, ਕੋਈ ਬੱਚੇ 3-3 4-4 ਲਿਸਨਿੰਗ ਕਰਦੇ ਆ ਡੇਲੀ, ਉਹਨਾਂ ਦਾ ਕਰਨ ਦਾ ਨੁਕਸਾਨ ਤਾਂ ਕੋਈ ਨਹੀਂ, ਬਟ ਫਾਇਦਾ ਵੀ ਕੋਈ ਨਹੀਂ। ਕੋਈ ਇੰਪਰੂਵਮੈਂਟ ਹੀ ਨਹੀਂ ਹੋ ਰਹੀ ਉਸ ਚੀਜ਼ ਦੇ ਵਿੱਚ, ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਸ 'ਚ ਇੰਪਰੂਵਮੈਂਟ ਹੀ ਨਹੀਂ ਹੋ ਰਹੀ, ਉਸਨੂੰ ਟਾਈਮ ਵੀ ਦੇ ਰਹੇ ਹੋ, ਤੈਨੂੰ ਉਸ ਕਰਨ ਦਾ ਫਾਇਦਾ ਕੀ? ਤਾਂ ਸਮਾਰਟ ਵਰਕ ਕਰੋ, ਵੀਕਨੈਸਿਸ 'ਤੇ ਗੌਰ ਕਰੋ, ਅਤੇ ਦੇਖੋ ਕਿੱਥੇ ਤੁਸੀਂ ਮਾਰ ਖਾ ਰਹੇ ਹੋ। ਠੀਕ ਹੈ, ਅਤੇ ਥੈਂਕ ਯੂ।